ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਓਵਰ ਥਿੰਕਿੰਗ ਦੇ ਬਾਰੇ, ਜਾਂ ਜ਼ਿਆਦਾ ਸੋਚਣ ਦੀ ਜਿਹੜੀ ਮਾਨਸਿਕ ਬਿਮਾਰੀ ਹੈ ਉਸ ਦੇ ਬਾਰੇ। ਵੇਖੋ, ਪ੍ਰਮਾਤਮਾ ਨੇ ਬੰਦੇ ਨੂੰ ਮਾਈਂਡ ਦਿੱਤਾ ਹੈ, ਦਿਮਾਗ ਦਿੱਤਾ ਹੈ, ਤੇ ਜਿਹਦੇ ਰਾਹੀਂ ਅਸੀਂ ਸੋਚਦੇ ਹਾਂ। ਕੁਦਰਤ ਵਿੱਚ ਜਿੰਨੇ ਵੀ ਹੋਰ ਜੀਵ ਜੰਤੂ ਨੇ, ਪਸ਼ੂ ਪੰਛੀ ਨੇ, ਜਾਨਵਰ ਨੇ, ਉਹਨਾਂ ਦੇ ਨਾਲੋਂ ਮਨੁੱਖ ਇਸ ਕਰਕੇ ਅਲੱਗ ਹੈ ਕਿਉਂਕਿ ਮਨੁੱਖ ਦੇ ਕੋਲ ਮਾਈਂਡ ਹੈ, ਦਿਮਾਗ ਹੈ, ਸੋਚਣ ਸ਼ਕਤੀ ਹੈ। ਬੰਦੇ ਨੂੰ ਜਾਨਵਰਾਂ ਨਾਲੋਂ ਜਿਹੜੀ ਚੀਜ਼ ਅਲੱਗ ਬਣਾਉਂਦੀ ਹੈ, ਅਲੱਗ ਖੜਾ ਕਰਦੀ ਹੈ, ਉਹ ਸੋਚਣ ਸ਼ਕਤੀ ਹੀ ਹੈ, ਜਿਹਦੇ ਕਰਕੇ ਅਸੀਂ ਜਾਨਵਰਾਂ ਤੋਂ, ਪਸ਼ੂ ਪੰਛੀਆਂ ਤੋਂ, ਰੁੱਖਾਂ ਬੂਟਿਆਂ ਤੋਂ ਅਲੱਗ ਹਾਂ। ਔਰ ਇਹ ਰੱਬ ਤੋਂ ਮਿਲੀ ਹੋਈ ਇੱਕ ਬੜੀ ਅਮੋਲਕ ਦਾਤ ਹੈ, ਸੋਚਣ ਸ਼ਕਤੀ। ਔਰ ਜਦੋਂ ਬੰਦਾ ਇਸ ਦੀ ਸਹੀ ਵਰਤੋਂ ਕਰਦਾ ਹੈ, ਇਸ ਮਾਨਸਿਕ ਸ਼ਕਤੀ ਦੀ, ਇਸ ਸੋਚਣ ਸ਼ਕਤੀ ਦੀ, ਤੇ ਇਸ ਸੋਚਣ ਸ਼ਕਤੀ ਦੇ ਵਿੱਚੋਂ ਵੱਡੇ ਵੱਡੇ ਗ੍ਰੰਥਾਂ ਦਾ ਜਨਮ ਹੋਇਆ। ਇਸ ਸ਼ਕਤੀ ਦੇ ਰਾਹੀਂ ਵਿਗਿਆਨਕਾਂ ਨੇ ਵੱਡੀਆਂ ਵੱਡੀਆਂ ਖੋਜਾਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ ਨੇ। ਪਰ ਜਦੋਂ ਇਹਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਜਾਂ ਨੈਗੇਟਿਵ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ, ਫਿਰ ਇਹ ਸੋਚਣ ਸ਼ਕਤੀ ਕਈ ਵਾਰੀ ਸਾਡੇ ਲਈ ਪ੍ਰੋਬਲਮ ਵੀ ਬਣ ਜਾਂਦੀ ਹੈ। ਵੇਖੋ, ਜਿਹੜੇ ਸਾਡੇ ਅੰਦਰ ਵਿਚਾਰ ਚੱਲਦੇ ਨੇ, ਤੇ ਜਦੋਂ ਬਹੁਤ ਜ਼ਿਆਦਾ ਵਿਚਾਰ ਚੱਲਣ ਲੱਗ ਪੈਣ, ਦਿਨ ਰਾਤ ਚੱਲਣ ਲੱਗ ਪੈਣ, ਤੇ ਜਦੋਂ ਅਸੀਂ ਉਹਨਾਂ ਦੇ ਵਿੱਚ ਹਰ ਸਮੇਂ ਗੁਆਚੇ ਰਹਿਣ ਲੱਗ ਪਈਏ, ਤੇ ਉਹਨੂੰ ਕਹਿੰਦੇ ਨੇ ਓਵਰ ਥਿੰਕਿੰਗ, ਜਾਂ ਬਹੁਤ ਜ਼ਿਆਦਾ ਸੋਚਣਾ। ਤੇ ਅੱਜ ਧਰਤੀ ਦੀ ਜਿੰਨੀ ਵੀ ਆਬਾਦੀ ਹੈ, ਇਹਦੇ ਵਿੱਚੋਂ ਬਹੁਤ ਸਾਰੇ ਲੋਕ ਉਹ ਨੇ, ਬਹੁਤ ਸਾਰੇ ਲੋਕਾਂ ਦੀ ਪਰਸੈਂਟੇਜ ਉਹ ਹੈ ਜਿਹੜੇ ਇਸ ਓਵਰ ਥਿੰਕਿੰਗ ਨਾਮ ਦੀ ਮਾਨਸਿਕ ਬਿਮਾਰੀ ਤੋਂ ਪਰੇਸ਼ਾਨ ਨੇ, ਕਿ ਹਰ ਵੇਲੇ ਵਿਚਾਰਾਂ ਵਿੱਚ ਗੁਆਚੇ ਰਹਿਣਾ, ਹਰ ਵੇਲੇ ਕੁਝ ਨਾ ਕੁਝ ਸੋਚਦੇ ਰਹਿਣਾ। ਮਨੋਵਿਗਿਆਨਿਕ ਕਹਿੰਦੇ ਨੇ ਕਿ ਸਾਡੇ ਅੰਦਰ ਇੱਕ ਦਿਨ ਵਿੱਚ ਹਜ਼ਾਰਾਂ ਵਿਚਾਰ ਆਉਂਦੇ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਨੇ। ਔਰ ਇਹਨਾਂ ਹਜ਼ਾਰਾਂ ਵਿਚਾਰਾਂ ਦੇ ਵਿੱਚੋਂ 95% ਜਿਹੜੇ ਵਿਚਾਰ ਹੁੰਦੇ ਨੇ ਉਹ ਫਾਲਤੂ ਹੁੰਦੇ ਨੇ। ਅਸੀਂ ਫਾਲਤੂ ਸੋਚਦੇ ਹਾਂ, ਬਿਲਕੁਲ ਵਿਅਰਥ ਵਿੱਚ ਸੋਚਦੇ ਹਾਂ, ਜਿਨ੍ਹਾਂ ਦੇ ਨਾਲ, ਜਿਹੜੇ ਕੰਮ ਨਾਲ, ਜਿਹੜੇ ਲੋਕਾਂ ਨਾਲ ਸਾਡਾ ਕੋਈ ਮਤਲਬ ਨਹੀਂ, ਉਹਨਾਂ ਬਾਰੇ ਵੀ ਸੋਚਦੇ ਹਾਂ। ਇੱਕ ਵਿਦਵਾਨ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ, ਕਹਿੰਦਾ ਜੇ ਵੇਖਣਾ ਹੋਵੇ ਨਾ ਕਿ ਅਸੀਂ ਕਿੰਨਾ ਫਾਲਤੂ ਸੋਚਦੇ ਹਾਂ ਜਾਂ ਸਾਡੇ ਮਨ ਵਿੱਚ ਕੀ ਕੁਝ ਭਰਿਆ ਹੋਇਆ, ਤੇ ਇਸ ਤਰ੍ਹਾਂ ਅਸੀਂ ਪ੍ਰੈਕਟੀਕਲ ਵੀ ਕਰ ਸਕਦੇ ਹਾਂ ਵੀ ਸਵੇਰ ਤੋਂ ਨਾ ਇੱਕ ਕਾਗਜ਼ ਦੇ ਉੱਤੇ ਆਪਣੇ ਵਿਚਾਰਾਂ ਨੂੰ ਲਿਖਣਾ ਸ਼ੁਰੂ ਕਰ ਦਿਓ, ਇਮਾਨਦਾਰੀ ਨਾਲ। ਭਾਵੇਂ ਕੋਈ ਚੰਗਾ ਵਿਚਾਰ ਆਉਂਦਾ ਜਾਂ ਮਾੜਾ ਵਿਚਾਰ ਆਉਂਦਾ, ਸਾਰਾ ਦਿਨ ਲਿਖਦੇ ਜਾਓ, ਲਿਖਦੇ ਜਾਓ। ਬੁਰੇ, ਚੰਗੇ, ਮਾੜੇ ਵਿਚਾਰ ਜਿਸ ਤਰ੍ਹਾਂ ਦੇ ਮਰਜ਼ੀ ਨੇ ਉਹ ਲਿਖੋ। ਤੇ ਕਹਿੰਦਾ ਸ਼ਾਮ ਤੱਕ ਜਦੋਂ ਪੂਰੀ ਤਰ੍ਹਾਂ ਲਿਖ ਲਓਗੇ, ਰਾਤ ਨੂੰ ਜਦੋਂ ਮੰਜੇ ਤੇ ਲੇਟਣ ਲੱਗੋਗੇ, ਸੌਣ ਲੱਗੋਗੇ, ਤੇ ਉਸ ਤੋਂ ਪਹਿਲਾਂ ਉਹ ਸਾਰਾ ਕਾਗਜ਼ ਪੜੋ। ਉਹ ਤੁਹਾਡਾ ਮਨ ਹੈ। ਜਿਹੜੇ ਵਿਚਾਰ ਅਸੀਂ ਸਾਰਾ ਦਿਨ ਉਸ ਕਾਗਜ਼ ਦੇ ਉੱਤੇ ਉਤਾਰੇ ਨੇ, ਉਹੀ ਸਾਡਾ ਮਨ ਹੈ, ਉਹ ਸਾਡੇ ਵਿਚਾਰ ਨੇ, ਜਾਂ ਅੰਦਰੋਂ ਅਸੀਂ ਉਹ ਕੁਝ ਹਾਂ ਜੋ ਅਸੀਂ ਕਾਗਜ਼ ਉੱਤੇ ਲਿਖਿਆ। ਜਦੋਂ ਅਸੀਂ ਪੜਾਂਗੇ, ਪਹਿਲੀ ਗੱਲ ਤੇ ਅਸੀਂ ਉਹ ਕਾਗਜ਼ ਕਿਸੇ ਨੂੰ ਵਿਖਾ ਨਹੀਂ ਪਾਵਾਂਗੇ। ਉਹ ਲਿਖੇ ਹੋਏ ਵਿਚਾਰ ਅਸੀਂ ਆਪਣੇ ਘਰ ਦੇ ਜੀਆਂ ਤੱਕ ਨੂੰ ਵੀ ਨਹੀਂ ਵਿਖਾ ਪਾਵਾਂਗੇ, ਉਹ ਸਾਡੇ ਇੰਨੇ ਜ਼ਿਆਦਾ ਪਰਸਨਲ ਹੋਣਗੇ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਉਹ ਪੜਾਂਗੇ ਤੇ ਇੱਕ ਖਿਆਲ ਅੰਦਰ ਆਏਗਾ ਵੀ ਅਸੀਂ ਇੰਨਾ ਜ਼ਿਆਦਾ ਫਾਲਤੂ ਸੋਚਦੇ ਹਾਂ। ਲਗਭਗ 95% ਤੋਂ ਲੈ ਕੇ 99% ਤੱਕ ਜਿਹੜੇ ਵਿਚਾਰ ਵਿੱਚ ਹੋਣਗੇ ਉਹ ਵਿਅਰਥ ਦੇ ਹੋਣਗੇ, ਫਾਲਤੂ ਹੋਣਗੇ। ਜਿਹੜੀਆਂ ਗੱਲਾਂ ਨਾਲ ਸਾਡਾ ਕੋਈ ਮਤਲਬ ਨਹੀਂ, ਜਿਨ੍ਹਾਂ ਗੱਲਾਂ ਤੋਂ ਸਾਡਾ ਕੋਈ ਫਾਇਦਾ ਨਹੀਂ ਹੋਣਾ, ਅਸੀਂ ਉਹ ਵੀ ਦਿਨ ਰਾਤ ਵਿਅਰਥ ਵਿੱਚ ਸੋਚਦੇ ਰਹਿੰਦੇ ਹਾਂ। ਸੋ ਇਸ ਕਰਕੇ ਬੰਦਾ ਬਹੁਤ ਜ਼ਿਆਦਾ ਵਿਅਰਥ ਸੋਚਦਾ ਹੈ, ਔਰ ਇਸ ਰੱਬ ਤੋਂ ਮਿਲੀ ਹੋਈ ਦਾਤ ਸੋਚਣ ਸ਼ਕਤੀ ਦੀ ਗਲਤ ਵਰਤੋਂ ਕਰਦਾ ਹੈ। ਔਰ ਇਸ ਗਲਤ ਵਰਤੋਂ ਦੇ ਕਰਕੇ ਹੀ ਬੰਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਿਹੜਾ ਉਹ ਸਹੇੜ ਲੈਂਦਾ ਹੈ। ਅਸੀਂ ਕਦੇ ਗੌਰ ਨਹੀਂ ਕੀਤੀ ਕਿ ਇੱਕ ਵਿਚਾਰ ਸਾਡੇ ਅੰਦਰ ਪੈਦਾ ਹੁੰਦਾ ਹੈ, ਫਿਰ ਉਹਦੇ ਚੋਂ ਦੂਜਾ ਵਿਚਾਰ ਪੈਦਾ ਹੁੰਦਾ ਹੈ, ਫਿਰ ਉਹਦੇ ਚੋਂ ਤੀਜਾ ਵਿਚਾਰ ਨਿਕਲਦਾ ਹੈ, ਚੌਥਾ ਵਿਚਾਰ ਨਿਕਲਦਾ, ਫਿਰ ਇੱਕ ਲੰਬੀ ਚੈਨ ਬਣ ਜਾਂਦੀ ਹੈ ਵਿਚਾਰਾਂ ਦੀ, ਇੱਕ ਲੰਬੀ ਲੜੀ ਬਣ ਜਾਂਦੀ ਹੈ। ਤੇ ਹੈਰਾਨ ਹੋਈਦਾ ਵੀ ਸ਼ੁਰੂ ਕਿਤੋਂ ਹੋਏ ਤੇ ਐਂਡ ਜਿਹੜਾ ਉਹ ਕਿਤੇ ਜਾ ਕੇ ਹੋਇਆ। ਔਰ ਜਿੰਨਾ ਵੀ ਸੋਚਦੇ ਰਹੇ ਉਹ ਬਿਲਕੁਲ ਵਿਅਰਥ ਦੇ ਵਿਚਾਰ, ਜਿਨ੍ਹਾਂ ਦਾ ਕੋਈ ਸਾਨੂੰ ਫਾਇਦਾ ਨਹੀਂ, ਔਰ ਜਿਨ੍ਹਾਂ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਹੋ ਸਕਦਾ। ਜਿਹੜਾ ਬੰਦਾ ਓਵਰ ਥਿੰਕਿੰਗ ਕਰਦਾ ਹੈ, ਜਾਂ ਜਿਹੜਾ ਬੰਦਾ ਬਹੁਤ ਜ਼ਿਆਦਾ ਸੋਚਦਾ ਹੈ, ਜਿਹੜੇ ਵਿਚਾਰ ਉਹਦੇ ਅੰਦਰ ਚੱਲਦੇ ਨੇ, ਉਹਨਾਂ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਕੋਈ ਮੰਜ਼ਿਲ ਨਹੀਂ ਹੁੰਦੀ, ਬਸ ਸੋਚਣਾ ਹੈ। ਔਰ ਪੁਰਾਣੀਆਂ ਗੱਲਾਂ, ਜਿਹੜਾ ਓਵਰ ਥਿੰਕਰ ਹੁੰਦਾ ਹੈ, ਜਿਹੜਾ ਫਾਲਤੂ ਸੋਚਣ ਵਾਲਾ ਬੰਦਾ ਹੁੰਦਾ ਹੈ, ਕਿਉਂਕਿ ਉਹ ਜਾਂ ਪਾਸਟ ਵਿੱਚ ਜਾਉਂਦਾ ਹੈ ਜਾਂ ਫਿਊਚਰ ਵਿੱਚ ਜਾਉਂਦਾ ਹੈ।
ਕਿਉਂਕਿ ਜਦੋਂ ਅਸੀਂ ਪ੍ਰੈਜ਼ੈਂਟ ਵਿੱਚ ਹੁੰਨੇ ਆ, ਵਰਤਮਾਨ ਵਿੱਚ ਹੁੰਨੇ ਆ, ਉਦੋਂ ਓਵਰ ਥਿੰਕਿੰਗ ਨਹੀਂ ਹੋ ਸਕਦੀ, ਉਦੋਂ ਕੋਈ ਵਿਚਾਰ ਅੰਦਰ ਨਹੀਂ ਚੱਲਦਾ। ਪ੍ਰੈਜ਼ੈਂਟ ਤੇ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਇੱਕ ਪਲ ਦਾ ਪ੍ਰੈਜ਼ੈਂਟ ਟਾਈਮ ਤੇ, ਪਰ ਜਿਹੜਾ ਪਾਸਟ ਹੈ ਬਹੁਤ ਵੱਡਾ ਹੈ। ਤੇ ਜਿਹੜਾ ਓਵਰ ਥਿੰਕਰ ਹੁੰਦਾ ਹੈ ਉਹ ਹਮੇਸ਼ਾ ਪਾਸਟ ਵਿੱਚ ਜਾਉਂਦਾ ਜਾਂ ਫਿਊਚਰ ਦੀਆਂ ਚਿੰਤਾਵਾਂ 'ਚ ਜਾਉਂਦਾ। 5 ਸਾਲ ਪੁਰਾਣੀਆਂ ਗੱਲਾਂ, ਉਸ ਬੰਦੇ ਨੇ ਮੈਨੂੰ 5 ਸਾਲ ਪਹਿਲਾਂ ਇਹ ਗੱਲ ਕਹਿਤੀ, ਉਹਨੇ ਮੈਨੂੰ 2 ਸਾਲ ਪਹਿਲਾਂ ਇਹ ਗੱਲ ਕਹੀ ਸੀ, ਮੈਂ ਉਹਦਾ ਇਸ ਤਰ੍ਹਾਂ ਜਵਾਬ ਦਿੱਤਾ ਸੀ, ਮੈਨੂੰ ਇਹ ਜਵਾਬ ਦੇਣਾ ਚਾਹੀਦਾ ਸੀ, ਜਾਂ ਅੱਗੇ ਤੋਂ ਮੈਨੂੰ ਉਹ ਬੰਦਾ ਇਹ ਗੱਲ ਕਹੇਗਾ ਤੇ ਮੈਂ ਉਹਨੂੰ ਇਸ ਤਰੀਕੇ ਨਾਲ ਜਵਾਬ ਦਿਆਂਗਾ। ਇਸ ਤਰ੍ਹਾਂ ਦੇ ਫਾਲਤੂ ਵਿਚਾਰ। ਔਰ ਕਈ ਵਾਰੀ ਤੇ ਜਿਹੜਾ ਓਵਰ ਥਿੰਕਰ ਹੁੰਦਾ ਹੈ, ਬਹੁਤ ਜ਼ਿਆਦਾ ਸੋਚਣ ਵਾਲਾ ਬੰਦਾ, ਕਈ ਵਾਰੀ ਉਹ ਆਪਣੇ ਅੰਦਰ ਹੀ ਸੋਚ ਕੇ ਬਹੁਤ ਜ਼ਿਆਦਾ ਕ੍ਰੋਧਿਤ ਵੀ ਹੋ ਜਾਂਦਾ ਹੈ। ਉਹਨੂੰ ਇੰਜ ਲੱਗਦਾ ਵੀ ਜਿਵੇਂ ਇੰਜ ਮਹਿਸੂਸ ਹੋਣ ਲੱਗ ਜਾਂਦਾ, ਇੰਨੇ ਗੁੱਸੇ ਵਿੱਚ ਆ ਜਾਂਦਾ ਕਿ ਜਿਵੇਂ ਅਸਲ ਦੇ ਵਿੱਚ ਹੀ ਲੜਾਈ ਹੋ ਰਹੀ ਹੈ। ਔਰ ਓਵਰ ਥਿੰਕਰ ਜਿਹੜਾ ਬੰਦਾ ਹੁੰਦਾ ਉਹ ਆਪਣੇ ਆਪ ਦੇ ਅੰਦਰ ਹੀ ਲੜਦਾ ਰਹਿੰਦਾ ਹੈ, ਵਿਚਾਰ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਨੇ। ਇੱਕ ਮਨ ਦਾ ਹਿੱਸਾ ਸੱਜੇ ਪਾਸੇ ਖਿੱਚਦਾ, ਦੂਜਾ ਖੱਬੇ ਪਾਸੇ ਖਿੱਚਦਾ। ਔਰ ਇਸ ਕਰਕੇ ਓਵਰ ਥਿੰਕਿੰਗ ਕਰਨ ਵਾਲਾ ਬੰਦਾ ਹਮੇਸ਼ਾ ਇਹਨਾਂ ਵਿਚਾਰਾਂ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ। ਤੇ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਫਿਰ ਇਹਦਾ ਸੋਲੂਸ਼ਨ ਕੀ ਹੈ? ਓਵਰ ਥਿੰਕਿੰਗ ਤੋਂ ਕਿਵੇਂ ਬਾਹਰ ਨਿਕਲਿਆ ਜਾਏ ਜਾਂ ਥੌਟਲੈਸ ਕਿਵੇਂ ਹੋਇਆ ਜਾਏ? ਵੈਸੇ ਪਹਿਲੀ ਗੱਲ ਤੇ ਇਹ ਹੈ ਕਿ ਪੂਰੀ ਤਰ੍ਹਾਂ ਵਿਚਾਰ ਬੰਦੇ ਦੇ ਕਦੇ ਬੰਦ ਨਹੀਂ ਹੋ ਸਕਦੇ, ਕਿਉਂਕਿ ਇਹ ਰੱਬ ਤੋਂ ਮਿਲੀ ਹੋਈ ਦਾਤ ਹੈ, ਵਿਚਾਰ ਸ਼ਕਤੀ। ਬੰਦਾ ਕੁਝ ਨਾ ਕੁਝ ਤੇ ਸੋਚੇਗਾ ਹੀ, ਜਾਂ ਨੈਗੇਟਿਵ ਸੋਚੇਗਾ ਜਾਂ ਪੋਜ਼ਿਟਿਵ ਸੋਚੇਗਾ। ਔਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਪੋਜ਼ਿਟਿਵ ਜਦੋਂ ਬੰਦਾ ਸੋਚਦਾ ਹੈ ਉਦੋਂ ਬੰਦਾ ਕਦੇ ਵੀ ਨਹੀਂ ਥੱਕਦਾ, ਉਦੋਂ ਕਦੇ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ, ਔਰ ਉਦੋਂ ਕਦੇ ਵੀ ਕੋਈ ਪ੍ਰੋਬਲਮ ਖੜੀ ਨਹੀਂ ਹੁੰਦੀ। ਮੁਸ਼ਕਲ ਉਦੋਂ ਖੜੀ ਹੁੰਦੀ ਹੈ ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਤੇ ਬਹੁਤ ਜ਼ਿਆਦਾ ਸੋਚਦੇ ਹਾਂ। ਜਿੰਨਾ ਚਿਰ ਸਾਹ ਚੱਲਦੇ ਨੇ ਉਹਨਾਂ ਚਿਰ ਵਿਚਾਰ ਨਹੀਂ ਰੁਕ ਸਕਦੇ, ਕਿਉਂਕਿ ਸਾਡੇ ਸਾਹ ਤੇ ਵਿਚਾਰ ਆਪਸ ਨਾਲ ਬਹੁਤ ਗਹਿਰਾਈ ਵਿੱਚ ਜੁੜੇ ਹੋਏ ਨੇ। ਵਿਚਾਰ ਤੇ ਉਦੋਂ ਹੀ ਰੁਕਦੇ ਨੇ ਜਦੋਂ ਸਰੀਰ ਮੁਰਦਾ ਹੋ ਜਾਏਗਾ, ਵੈਸੇ ਵਿਚਾਰ ਨਹੀਂ ਹੋ ਸਕਦੇ। ਜਾਂ ਅਸੀਂ ਜਦੋਂ ਨੀਂਦ ਵਿੱਚ ਹੁੰਨੇ ਆ ਤੇ ਉਦੋਂ ਕੁਝ ਟਾਈਮ ਲਈ ਵਿਚਾਰ ਸਾਡੇ ਸ਼ਾਂਤ ਹੁੰਦੇ ਨੇ, ਪਰ ਜਦੋਂ ਅਸੀਂ ਜਾਗਦੇ ਆ ਉਦੋਂ ਤੇ ਵਿਚਾਰ ਚੱਲਣਗੇ। ਹਾਂ, ਇੰਨਾ ਫਰਕ ਹੁੰਦਾ ਹੈ ਕਿ ਵਿਚਾਰ ਜਿਹੜੇ ਨੇ ਉਹ ਪੋਜ਼ਿਟਿਵ ਚੱਲਦੇ ਨੇ, ਵਿਚਾਰ ਸਕਾਰਾਤਮਕ ਚੱਲਦੇ ਨੇ, ਵਿਚਾਰ ਚੰਗੇ ਚੱਲਦੇ ਨੇ, ਥੋੜੇ ਆਹਿਸਤਾ ਚੱਲਦੇ ਨੇ, ਆਰਾਮ ਨਾਲ ਚੱਲਦੇ ਨੇ। ਤੇ ਜਿਹੜਾ ਓਵਰ ਥਿੰਕਰ ਹੁੰਦਾ ਉਹਦੇ ਅੰਦਰ ਜ਼ਿਆਦਾ ਵਿਚਾਰ 95 ਨੈਗੇਟਿਵ ਚੱਲਦੇ ਨੇ, ਬਹੁਤ ਤੇਜ਼ੀ ਨਾਲ ਚੱਲਦੇ ਨੇ, ਤੇ ਹਰ ਵੇਲੇ ਉਹ ਬੰਦਾ ਉਹਨਾਂ ਵਿਚਾਰਾਂ 'ਚ ਹੀ ਡੁੱਬਿਆ ਰਹਿੰਦਾ ਹੈ। ਤੇ ਓਵਰ ਥਿੰਕਿੰਗ ਕਰਨ ਵਾਲਾ ਬੰਦਾ ਕਦੇ ਵੀ ਕਿਸੇ ਕੰਮ ਵਿੱਚ ਫੋਕਸ ਨਹੀਂ ਕਰ ਸਕਦਾ, ਇੱਕ ਜਗ੍ਹਾ ਤੇ ਉਹ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕਦਾ, ਕਿਉਂਕਿ ਧਿਆਨ ਉਹਦਾ ਹਮੇਸ਼ਾ ਹੀ ਖਿੱਟਿਆ ਰਹਿੰਦਾ ਹੈ। ਅਸੀਂ ਵੇਖਦੇ ਨਹੀਂ ਕਈ ਬੰਦਿਆਂ ਨੂੰ ਜਿਹੜੇ ਬਹੁਤ ਜ਼ਿਆਦਾ ਸੋਚਦੇ ਨੇ, ਓਵਰ ਥਿੰਕਿੰਗ ਕਰਦੇ ਨੇ, ਉਹ ਗੱਲਾਂ ਬਾਤਾਂ ਵੀ ਹੋ ਰਹੀਆਂ ਹੋਣਗੀਆਂ ਪਰ ਉਹ ਕਿਤੇ ਹੋਰ ਗਵਾਚੇ ਹੋਣਗੇ। ਵੇਖਣ ਵਿੱਚ ਲੱਗੇਗਾ ਵੀ ਇਸ ਪਾਸੇ ਵੇਖ ਰਹੇ ਨੇ, ਅੱਖਾਂ ਇਸ ਪਾਸੇ ਵੇਖ ਰਹੀਆਂ ਨੇ, ਪਰ ਨਹੀਂ, ਅੰਦਰੋਂ ਕਿਤੇ ਹੋਰ ਗਵਾਚੇ ਹੋਏ ਨੇ, ਕਿਉਂਕਿ ਓਵਰ ਥਿੰਕਿੰਗ ਦੇ ਸਮੁੰਦਰ ਵਿੱਚ ਗੋਤੇ ਖਾ ਰਹੇ ਹੁੰਦੇ ਨੇ। ਹੁਣ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਹੁਣ ਓਵਰ ਥਿੰਕਿੰਗ ਤੋਂ ਬਚਿਆ ਕਿਵੇਂ ਜਾਏ, ਇਹਦੇ ਤੋਂ ਨਜਾਤ ਕਿਵੇਂ ਪਾਈ ਜਾਏ? ਤੇ ਇਹਦੇ ਵਾਸਤੇ ਕੁਝ ਤਰੀਕੇ ਅਸੀਂ ਅਪਣਾ ਸਕਦੇ ਹਾਂ। ਪਹਿਲਾ ਤਰੀਕਾ ਤੇ ਇਹ ਹੈ ਕਿ ਸਾਨੂੰ ਕਦੇ ਵੀ ਇਹਨਾਂ ਵਿਚਾਰਾਂ ਵਿੱਚ ਬਹੁਤ ਜ਼ਿਆਦਾ ਇਨਵੋਲਵ ਨਹੀਂ ਹੋਣਾ ਚਾਹੀਦਾ, ਸ਼ਾਮਲ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਇਹਨਾਂ ਵਿਚਾਰਾਂ ਵਿੱਚ ਸ਼ਾਮਲ ਹੋ ਜਾਂਦੇ। ਇੱਕ ਵਿਚਾਰ ਵੀ ਸਾਡੇ ਅੰਦਰ ਆਉਂਦਾ ਹੈ, ਉਹਦੇ ਵਿੱਚ ਇੰਨਾ ਜ਼ਿਆਦਾ ਖੁੱਭ ਜਾਂਦੇ ਆ, ਗਵਾਚ ਜਾਂਦੇ ਆ, ਫਿਰ ਉਹਦੇ ਚੋਂ ਨਿਕਲ ਨਹੀਂ ਪਾਉਂਦੇ, ਔਰ ਕਈ ਘੰਟਿਆਂ ਬਾਅਦ ਜਾ ਕੇ ਨਿਕਲਦੇ ਆ। ਸ਼ੁਰੂ ਕਿਤੇ ਹੁੰਦੇ ਆ, ਐਂਡ ਕਿਤੇ ਜਾ ਕੇ ਹੁੰਦਾ। ਇਨਵੋਲਵ ਨਹੀਂ ਹੋਣਾ ਚਾਹੀਦਾ। ਕੁਝ ਉਦਾਹਰਨਾਂ ਦੇ ਨਾਲ ਅਸੀਂ ਸਮਝ ਸਕਦੇ ਹਾਂ ਵੀ ਸਾਨੂੰ ਕਿਵੇਂ ਇਨਵੋਲਵ ਨਹੀਂ ਹੋਣਾ ਚਾਹੀਦਾ। ਤੁਸੀਂ ਵੇਖਦੇ ਹੋ ਨਾ, ਜਿਵੇਂ ਕਿ ਅਸੀਂ ਕਈ ਵਾਰ ਕਿਸੇ ਬੱਸ ਸਟੈਂਡ ਤੇ ਬਹਿ ਕੇ ਬੱਸ ਦੀ ਵੇਟ ਕਰ ਰਹੇ ਹੁੰਦੇ ਆ, ਸੜਕ ਦੇ ਕੰਢੇ ਤੇ ਬੈਠੇ ਹੁੰਦੇ ਆ, ਤੇ ਬਹੁਤ ਸਾਰੀਆਂ ਕਾਰਾਂ, ਬਹੁਤ ਸਾਰੀਆਂ ਬੱਸਾਂ, ਗੱਡੀਆਂ, ਸਕੂਟਰ, ਮੋਟਰਸਾਈਕਲ, ਸਾਈਕਲ ਉਸ ਰਸਤੇ ਤੋਂ ਨਿਕਲ ਰਹੇ ਹੁੰਦੇ ਨੇ। ਕੋਈ ਗੱਡੀ ਲਾਲ ਰੰਗ ਦੀ ਹੁੰਦੀ ਹੈ, ਕੋਈ ਬਲੈਕ ਕਲਰ ਦੀ ਹੁੰਦੀ ਹੈ, ਕੋਈ ਵਾਈਟ ਕਲਰ ਦੀ ਹੁੰਦੀ ਹੈ। ਅਲੱਗ-ਅਲੱਗ ਰੰਗਾਂ ਦੇ ਜਿਹੜੇ ਅਨੇਕਾਂ ਤਰ੍ਹਾਂ ਦੇ ਸਾਧਨ ਨਿਕਲਦੇ ਨੇ। ਹੁਣ ਅਸੀਂ ਉਹਨਾਂ ਦੇ ਨਾਲ ਭੱਜਣਾ ਤੇ ਨਹੀਂ ਸ਼ੁਰੂ ਕਰ ਦਿੰਦੇ ਵੀ ਉਹ ਗੱਡੀ ਬਹੁਤ ਵਧੀਆ ਨਿਕਲ ਰਹੀ ਹੈ ਕਿ ਉਹਦੇ ਮਗਰ ਭੱਜਣਾ ਸ਼ੁਰੂ ਕਰ ਦਈਏ, ਜਾਂ ਉਹ ਚੀਜ਼ ਮਾੜੀ ਨਿਕਲ ਰਹੀ ਹੈ, ਉਹ ਪੁਰਾਣੀ ਹੈ ਤੇ ਅਸੀਂ ਕ੍ਰੋਧ ਵਿੱਚ ਆਉਣ ਲੱਗ ਪਈਏ, ਗੁੱਸੇ 'ਚ ਆ ਜਾਈਏ। ਨਹੀਂ, ਅਸੀਂ ਵੇਖਦੇ ਰਹਿੰਦੇ ਹਾਂ, ਅਸੀਂ ਇਨਵੋਲਵ ਨਹੀਂ ਹੁੰਦੇ। ਕਿਨਾਰੇ ਤੇ ਬਹਿ ਕੇ ਵੇਖਦੇ ਹਾਂ, ਔਰ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਨਿਕਲ ਰਹੀਆਂ ਹੁੰਦੀਆਂ ਨੇ, ਇੱਕ ਨਿਕਲਦੀ ਆ ਉਹਨੂੰ ਭੁੱਲ ਜਾਂਦੇ, ਫਿਰ ਦੂਜੀ, ਫਿਰ ਤੀਜੀ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵਿਚਾਰ ਚੱਲ ਰਹੇ ਨੇ।
ਵਿਚਾਰਾਂ ਨੇ ਤੇ ਚੱਲਦੇ ਰਹਿਣਾ ਹੈ, ਬਸ ਉਹਨਾਂ ਨੂੰ ਦਰਸ਼ਕ ਬਣ ਕੇ ਵੇਖਦੇ ਰਹੀਏ, ਉਹਨਾਂ ਦੇ ਵਿੱਚ ਇਨਵੋਲਵ ਨਾ ਹੋਈਏ। ਔਰ ਜਦੋਂ ਅਸੀਂ ਇਹ ਚੀਜ਼ ਅਪਣਾਉਣ ਲੱਗ ਪਵਾਂਗੇ ਨਾ, ਮੰਨ ਲਓ ਕਦੇ ਵੀ ਅਸੀਂ ਬੈਠੇ ਹਾਂ ਔਰ ਚੁੱਪ ਕਰਕੇ ਅੱਖਾਂ ਬੰਦ ਕਰਕੇ ਵੇਖ ਰਹੇ ਹਾਂ, ਆਪਣੇ ਅੰਦਰ ਇੱਕ ਵਿਚਾਰ ਆਇਆ, ਫਿਰ ਦੂਜਾ ਵਿਚਾਰ ਆਇਆ, ਅਸੀਂ ਸਾਈਡ ਤੇ ਬਹਿ ਕੇ ਵੇਖ ਰਹੇ ਹਾਂ, ਦਰਸ਼ਕ ਬਣ ਕੇ ਵੇਖ ਰਹੇ ਹਾਂ, ਤੇ ਤੁਸੀਂ ਮਹਿਸੂਸ ਕਰੋਗੇ ਉਹ ਵਿਚਾਰ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੇ। ਉਹ ਵਿਚਾਰ ਹੌਲੀ ਹੌਲੀ ਜਿਹੜੇ ਆ ਉਹ ਸਹਿਜ ਵਿੱਚ ਆਰਾਮ ਨਾਲ ਚੱਲਣੇ ਸ਼ੁਰੂ ਹੋ ਜਾਣਗੇ, ਉਹਨਾਂ ਵਿੱਚ ਇਨਵੋਲਵ ਨਾ ਹੋਈਏ। ਤੇ ਦੂਜੀ ਉਦਾਹਰਨ ਇਹ ਹੈ ਕਿ ਜਿਵੇਂ ਅਸੀਂ ਆਕਾਸ਼ ਵਿੱਚ ਵੇਖਦੇ ਹਾਂ, ਅਨੇਕਾਂ ਪੰਛੀ ਉੱਡਦੇ ਨੇ ਜਾਂ ਬੱਦਲ ਵੀ ਲੰਘਦੇ ਨੇ, ਪਰ ਉਹਨੂੰ ਕਈ ਵਾਰ ਅਸੀਂ ਵੇਖਦੇ ਹਾਂ ਪਰ ਉਹਨਾਂ ਦੇ ਨਾਲ ਭੱਜਣਾ ਤੇ ਨਹੀਂ ਸ਼ੁਰੂ ਕਰ ਦਿੰਦੇ। ਮੰਨ ਲਓ ਅਸੀਂ ਮੰਜੇ ਤੇ ਲੇਟੇ ਹੋਏ ਹਾਂ ਤੇ ਅਨੇਕਾਂ ਬੱਦਲ ਆਕਾਸ਼ ਵਿੱਚੋਂ ਨਿਕਲ ਰਹੇ ਨੇ, ਤੇ ਕਈ ਵਾਰੀ ਅਸੀਂ ਵੇਖ ਕੇ ਉਹਨਾਂ ਦਾ ਆਨੰਦ ਲੈਂਦੇ ਹਾਂ ਵੀ ਵੇਖੋ ਬੱਦਲ ਜਾ ਰਹੇ ਨੇ, ਪਰ ਜਿਹੜਾ ਬੰਦਾ ਉਹਨਾਂ ਨਾਲ ਭੱਜਣਾ ਸ਼ੁਰੂ ਕਰ ਦੇਵੇਗਾ ਤੇ ਉਹਨੂੰ ਅਸੀਂ ਕਵਾਂਗੇ ਕਿ ਮੂਰਖ ਹੈ। ਇਹਨੂੰ ਵੇਖੋ ਤੇ ਆਨੰਦ ਲਵੋ। ਇਸ ਤਰੀਕੇ ਨਾਲ ਵੀ ਅਸੀਂ ਆਪਣੇ ਵਿਚਾਰਾਂ ਨੂੰ ਵੇਖ ਸਕਦੇ ਹਾਂ। ਤੇ ਤੀਜਾ ਉਦਾਹਰਨ ਇਹ ਹੈ ਕਿ ਜਿਵੇਂ ਸਮੁੰਦਰ ਦੇ ਕਿਨਾਰੇ ਤੇ ਕੋਈ ਬੰਦਾ ਬਹਿ ਕੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖ ਕੇ ਆਨੰਦ ਲੈਂਦਾ ਹੈ। ਮੰਨ ਲਓ ਅਸੀਂ ਸਮੁੰਦਰ ਦੇ ਕਿਨਾਰੇ ਤੇ ਚਲੇ ਗਏ, ਇੱਕ ਬੰਦਾ ਉਹ ਹੈ ਜਿਹੜਾ ਸਮੁੰਦਰ ਦੇ ਕਿਨਾਰੇ ਤੇ ਬਹਿ ਕੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖ ਰਿਹਾ ਹੈ, ਉਹਨਾਂ 'ਚ ਇਨਵੋਲਵ ਨਹੀਂ ਹੋ ਰਿਹਾ, ਉਹਨਾਂ ਵਿੱਚ ਜਾ ਕੇ ਗੋਤੇ ਨਹੀਂ ਖਾ ਰਿਹਾ, ਬਸ ਸਾਈਡ ਤੋਂ ਕਿਨਾਰੇ ਤੋਂ ਬਹਿ ਕੇ ਵੇਖ ਰਿਹਾ ਵੀ ਲਹਿਰਾਂ ਉੱਠ ਰਹੀਆਂ ਨੇ, ਸ਼ਾਂਤ ਹੋ ਰਹੀਆਂ ਨੇ, ਉੱਠ ਰਹੀਆਂ ਨੇ, ਸ਼ਾਂਤ ਹੋ ਰਹੀਆਂ ਨੇ। ਪਰ ਇੱਕ ਉਹ ਬੰਦਾ ਜਿਹੜਾ ਉਹਨਾਂ ਲਹਿਰਾਂ ਦੇ ਵਿੱਚ ਜਾ ਕੇ ਉਤਰ ਜਾਂਦਾ ਹੈ, ਕਦੇ ਲਹਿਰਾਂ ਉਹਨੂੰ ਸੱਜੇ ਪਾਸੇ ਥਪੇੜਾ ਮਾਰ ਕੇ ਸੁੱਟ ਦੇਣੀਆਂ ਨੇ, ਕਦੇ ਖੱਬੇ ਪਾਸੇ ਸੁੱਟ ਦੇਣੀਆਂ ਨੇ, ਕਦੇ ਥੋੜਾ ਬਾਹਰ ਕਿਨਾਰੇ ਤੇ ਸੁੱਟ ਜਾਂਦੀਆਂ ਨੇ, ਕਦੇ ਆਪਣੇ ਨਾਲ ਅੰਦਰ ਲੈ ਜਾਂਦੀਆਂ ਨੇ, ਤੇ ਉਹਨਾਂ ਦੇ ਵਿੱਚ ਉਹ ਗੋਤੇ ਖਾਂਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਓਵਰ ਥਿੰਕਿੰਗ ਕਰਨ ਵਾਲਾ ਬੰਦਾ ਹੁੰਦਾ ਹੈ, ਉਹਦੀ ਹਾਲਤ ਉਸ ਬੰਦੇ ਵਰਗੀ ਹੈ ਜਿਹੜਾ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਗੋਤੇ ਖਾ ਰਿਹਾ ਹੈ। ਪਰ ਜਿਹੜਾ ਦਰਸ਼ਕ ਬਣ ਕੇ ਵਿਚਾਰਾਂ ਨੂੰ ਵੇਖਦਾ, ਉਹ ਉਸ ਤਰ੍ਹਾਂ ਦਾ ਮਨੁੱਖ ਹੈ ਜਿਹੜਾ ਸਮੁੰਦਰ ਦੇ ਕਿਨਾਰੇ ਤੇ ਬਹਿ ਕੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖਦਾ। ਬਸ ਕਿਨਾਰੇ ਤੋਂ ਵੇਖਣਾ, ਵਿੱਚ ਇਨਵੋਲਵ ਨਹੀਂ ਹੋਣਾ। ਹਾਂ, ਜੇ ਕੋਈ ਚੰਗੀ ਵਿਚਾਰ ਹੈ, ਕਿਉਂਕਿ ਦੇਖੋ ਸੋਚਣਾ ਵੀ ਜ਼ਰੂਰੀ ਹੈ, ਜੇ ਅਸੀਂ ਸੋਚਾਂਗੇ ਹੀ ਨਹੀਂ, ਕੋਈ ਵਿਚਾਰ ਹੀ ਨਹੀਂ ਕਰਾਂਗੇ, ਤੇ ਫਿਰ ਜੀਵਨ ਵਿੱਚ ਕੋਈ ਚੰਗਾ ਵੀ ਨਹੀਂ ਕਰ ਸਕਾਂਗੇ। ਚੰਗੇ ਕੰਮ ਵੀ ਕਿਸੇ ਇੱਕ ਵਿਚਾਰ ਵਿੱਚੋਂ ਹੀ ਪੈਦਾ ਹੁੰਦੇ ਨੇ, ਤੇ ਮਾੜੇ ਕੰਮ ਵੀ ਕਿਸੇ ਇੱਕ ਵਿਚਾਰ ਤੋਂ ਹੀ ਸ਼ੁਰੂ ਹੁੰਦੇ ਨੇ। ਚੰਗਾ ਸੋਚੀਏ, ਲਿਮਟ ਵਿੱਚ ਸੋਚੀਏ, ਆਰਾਮ ਨਾਲ ਸੋਚੀਏ, ਵਿੱਚ ਇਨਵੋਲਵ ਨਾ ਹੋਈਏ, ਔਰ ਜੋ ਸੋਚਦੇ ਆ ਉਹਦੇ ਉੱਤੇ ਕੰਮ ਕਰੀਏ। ਕਿਉਂਕਿ ਜਿਹੜਾ ਬੰਦਾ ਬਹੁਤ ਜ਼ਿਆਦਾ ਸੋਚਦਾ ਰਹਿੰਦਾ, ਉਹ ਕੁਝ ਵੀ ਨਹੀਂ ਕਰ ਪਾਉਂਦਾ, ਤੇ ਜਿੰਨੇ ਕੁਝ ਕਰਨਾ ਹੁੰਦਾ ਉਹ ਉਨਾ ਕੁ ਸੋਚਦਾ ਜਿੰਨੀ ਕੁ ਜ਼ਰੂਰਤ ਹੈ, ਤੇ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ। ਮੰਨ ਲਓ ਕੋਈ ਚੰਗਾ ਇੱਕ ਵਿਚਾਰ ਆਇਆ, ਦੋ ਵਿਚਾਰ ਆਏ, ਚਾਰ ਵਿਚਾਰ ਆਏ, ਤੇ ਉਹਨਾਂ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਤੇ ਬਸ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ ਉਹ ਜਿਹੜੇ ਅੰਦਰ ਵਿਚਾਰ ਆਏ ਸਨ, ਉਹਨਾਂ ਵਿਚਾਰਾਂ ਤੇ ਜਦੋਂ ਕੰਮ ਕੀਤਾ, ਤੇ ਫਿਰ ਬਾਹਰੀ ਦੁਨੀਆ ਦੇ ਵਿੱਚ ਬਹੁਤ ਵਧੀਆ ਜਿਹੜਾ ਕੁਝ ਵੀ ਉਹ ਲੋਕਾਂ ਦੇ ਸਾਹਮਣੇ ਆਏਗਾ। ਪਰ ਜਿਹੜਾ ਬਹੁਤ ਸੋਚਣ ਵਾਲਾ ਬੰਦਾ ਹੈ, ਉਹ ਸੋਚਦਾ ਹੀ ਰਹਿੰਦਾ, ਕੁਝ ਵੀ ਨਹੀਂ ਕਰ ਪਾਉਂਦਾ। ਇਸ ਕਰਕੇ ਪਹਿਲਾ ਤਰੀਕਾ ਤੇ ਇਹ ਹੈ ਕਿ ਕਦੇ ਵੀ ਇਨਵੋਲਵ ਨਾ ਹੋਈਏ। ਤੇ ਦੂਜਾ ਤਰੀਕਾ ਅਸੀਂ ਇਹ ਵੀ ਅਪਣਾ ਸਕਦੇ ਹਾਂ ਕਿ ਜਦੋਂ ਸਾਨੂੰ ਇਹ ਲੱਗਦਾ ਵੀ ਮੈਂ ਇਸ ਬਿਮਾਰੀ ਦਾ ਸ਼ਿਕਾਰ ਹੋ ਰਿਹਾ, ਮਾਨਸਿਕ ਬਿਮਾਰੀ ਹੈ ਜਿਹੜੀ ਓਵਰ ਥਿੰਕਿੰਗ ਹੈ ਮੇਰੇ ਅੰਦਰ ਵੱਧ ਰਹੀ ਹੈ, ਮੈਂ ਬਹੁਤ ਜ਼ਿਆਦਾ ਸੋਚਣ ਲੱਗ ਪੈਣਾ, ਫਿਰ ਟੈਨਸ਼ਨ ਵਿੱਚ ਚਲਿਆ ਜਾਣਾ, ਡਿਪਰੈਸ਼ਨ ਵਿੱਚ ਜਾਣਾ ਸ਼ੁਰੂ ਹੋ ਗਿਆ ਹੁਣ। ਤੇ ਇਹਦੇ ਤੋਂ ਅਸੀਂ ਇਸ ਤਰੀਕੇ ਨਾਲ ਵੀ ਬਚਣ ਦੀ ਕੋਸ਼ਿਸ਼ ਕਰ ਸਕਦੇ ਹਾਂ ਵੀ ਜਦੋਂ ਵੀ ਕੋਈ ਵਿਚਾਰ ਆਉਂਦਾ ਹੈ, ਕਿਸੇ ਬਾਰੇ ਵੀ ਕੋਈ ਮਾੜਾ ਜਾਂ ਚੰਗਾ ਵਿਚਾਰ ਆਉਂਦਾ ਹੈ, ਉਹਨੂੰ ਉਸੇ ਵੇਲੇ ਰੋਕ ਦਈਏ। ਜੇ ਇੱਕ ਵਿਚਾਰ ਆਇਆ, ਬਸ ਕਹਿ ਦਈਏ ਮੈਂ ਹੁਣ ਇਸ ਤੇ ਕੁਝ ਨਹੀਂ ਸੋਚਣਾ, ਬਸ। ਜੇ ਹੁਣ ਕੋਈ ਵਿਚਾਰ ਉੱਠਣ ਲੱਗਿਆ, ਰੋਕ ਦਈਏ ਉਹਨੂੰ ਵੀ ਮੈਂ ਇਹਦੇ ਵਿੱਚ ਨਹੀਂ ਗਵਾਚਣਾ, ਮੈਂ ਇਹਦੇ ਵਿੱਚ ਨਹੀਂ ਖੁੱਬਣਾ। ਔਰ ਜੇ ਅਸੀਂ ਇਹ ਨਹੀਂ ਸੋਚਾਂਗੇ, ਉਹਦੇ ਵਿੱਚ ਗਵਾਚ ਜਾਵਾਂਗੇ, ਫਿਰ ਪਤਾ ਨਹੀਂ ਕਿੱਥੇ ਜਾ ਕੇ ਨਿਕਲਾਂਗੇ। ਤੇ ਅਗਲਾ ਜਿਹੜਾ ਤੀਜਾ ਤਰੀਕਾ ਹੈ ਇਸ ਤੋਂ ਬਚਣ ਦਾ, ਕਿ ਕੁਝ ਸਮਾਂ ਸਾਨੂੰ ਸਵੇਰੇ ਸ਼ਾਮ ਕੁਝ ਟਾਈਮ ਜਿਹੜਾ ਉਹ ਸਿਮਰਨ ਦੇ ਵਿੱਚ ਜੁੜਨਾ ਚਾਹੀਦਾ ਹੈ। ਵੈਸੇ ਤੇ ਕਈ ਲੋਕ ਜਿਵੇਂ ਮੈਡੀਟੇਸ਼ਨ ਦੀ ਗੱਲ ਕਰਦੇ ਆ, ਧਿਆਨ ਕੇਂਦਰਿਤ ਕਰਨਾ, ਤੇ ਸਿਮਰਨ ਵੀ ਆਪਣੇ ਆਪ ਵਿੱਚ ਇੱਕ ਮੈਡੀਟੇਸ਼ਨ ਹੀ ਹੈ। ਜਦੋਂ ਅਸੀਂ ਬਾਕੀ ਦੀਆਂ ਵਿਚਾਰਾਂ ਤੋਂ ਆਪਣੇ ਮਨ ਨੂੰ ਰੋਕ ਕੇ ਗੁਰਬਾਣੀ ਦੇ ਸ਼ਬਦ ਵਾਲੇ ਪਾਸੇ ਲਾਉਂਦੇ ਆ ਜਾਂ ਵਾਹਿਗੁਰੂ ਦੇ ਚਰਨਾਂ 'ਚ ਟਿਕਾਉਂਦੇ ਆ, ਤੇ ਉਦੋਂ ਜਿਹੜਾ ਕੁਝ ਟਾਈਮ ਦੇ ਲਈ ਆਪਣੇ ਮਨ ਨੂੰ ਅਸੀਂ ਸ਼ਾਂਤ ਕਰਦੇ ਆ, ਮੰਨ ਲਓ ਸਵੇਰੇ ਵੀ ਅਸੀਂ ਕੁਝ ਟਾਈਮ ਦੇ ਲਈ ਸਿਮਰਨ ਵਿੱਚ ਜੁੜਦੇ ਆ, ਵਿਚਾਰਾਂ ਨੂੰ ਰੋਕਦੇ ਆ, ਤੇ ਉਹਦੇ ਰਾਹੀਂ ਵੀ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਤੇ ਪੂਰਾ ਦਿਨ ਜਿਹੜੀਆਂ ਵਿਚਾਰਾਂ ਦੀਆਂ ਲਹਿਰਾਂ ਸਾਡੇ ਅੰਦਰ ਬੇਵਜ੍ਹਾ ਪੈਦਾ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਆ।
ਚੌਥਾ ਤਰੀਕਾ ਅਸੀਂ ਇਹ ਅਪਣਾ ਸਕਦੇ ਹਾਂ ਕਿ ਆਪਣੇ ਆਪ ਨੂੰ ਮਾਫ ਕਰਨਾ ਸਿੱਖੀਏ। ਜੇ ਸਾਡੇ ਕੋਲੋਂ ਕੋਈ ਗਲਤੀ ਹੋ ਵੀ ਜਾਂਦੀ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਨਾ ਕੋਸਦੇ ਰਹੀਏ, ਕਿਉਂਕਿ ਬੰਦਾ ਆਪਣੇ ਆਪ ਨੂੰ ਵੀ ਬਹੁਤ ਜ਼ਿਆਦਾ ਕੋਸਦਾ ਰਹਿੰਦਾ ਕਿ ਮੈਂ ਇੰਜ ਨਾ ਕੀਤਾ, ਮੈਂ ਇੰਜ ਕਰ ਲੈਂਦਾ ਤੇ ਇਸ ਤਰ੍ਹਾਂ ਹੋ ਜਾਂਦਾ। ਜਿਹੜਾ ਓਵਰ ਥਿੰਕਰ ਹੁੰਦਾ ਉਹ ਇਹ ਵੀ ਬਹੁਤ ਜ਼ਿਆਦਾ ਸੋਚਦਾ ਹੈ, ਆਪਣੇ ਆਪ ਦੇ ਨਾਲ ਲੜਦਾ ਰਹਿੰਦਾ ਹੈ, ਆਪਣੇ ਆਪ ਨੂੰ ਕੋਸਦਾ ਰਹਿੰਦਾ, ਪਛਤਾਉਂਦਾ ਰਹਿੰਦਾ ਹੈ। ਨਹੀਂ, ਆਪਣੇ ਆਪ ਨੂੰ ਵੀ ਮਾਫ ਕਰਨਾ ਸਿੱਖੀਏ। ਤੇ ਅਗਲਾ ਤਰੀਕਾ ਇਹ ਹੈ ਕਿ ਦੂਜਿਆਂ ਨੂੰ ਵੀ ਮਾਫ ਕਰਨਾ ਸਿੱਖੀਏ। ਆਪਣੇ ਆਪ ਨੂੰ ਮਾਫ ਕਰਕੇ ਤੇ ਦੂਜਿਆਂ ਦੀ ਗਲਤੀ ਨੂੰ ਵੀ ਮਾਫ ਕਰਕੇ ਅਸੀਂ ਇਸ ਤਰ੍ਹਾਂ ਦੇ ਵਿਚਾਰਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਔਰ ਜਿਹੜਾ ਲਾਸਟ ਤਰੀਕਾ ਹੈ ਓਵਰ ਥਿੰਕਿੰਗ ਤੋਂ ਬਚਣ ਦਾ, ਉਹ ਹੈ ਕਿ ਉਹ ਆਪਣੇ ਆਪ ਨੂੰ ਅਸੀਂ ਕਿਸੇ ਵੀ ਕੰਮ ਦੇ ਵਿੱਚ ਬਿਜ਼ੀ ਰੱਖੀਏ, ਬਿਲਕੁਲ ਫ੍ਰੀ ਨਾ ਰਹੀਏ। ਕਿਉਂਕਿ ਜਦੋਂ ਮਾਈਂਡ ਸਾਡਾ ਫ੍ਰੀ ਹੁੰਦਾ ਹੈ, ਜਦੋਂ ਇਹ ਕੁਝ ਨਹੀਂ ਕਰ ਰਿਹਾ ਹੁੰਦਾ, ਉਦੋਂ ਇਹ ਕੁਝ ਨਾ ਕੁਝ ਸੋਚ ਰਿਹਾ ਹੁੰਦਾ ਹੈ। ਉਦੋਂ ਫਿਰ ਵਿਚਾਰ ਅੰਦਰ ਚੱਲਦੇ ਰਹਿੰਦੇ ਨੇ, ਕੁਝ ਨਾ ਕੁਝ ਕਰਦੇ ਰਹੀਏ, ਕੁਝ ਚੰਗਾ ਪੜ੍ਹੀਏ, ਚੰਗਾ ਸੁਣੀਏ, ਚੰਗਾ ਲਿਖੀਏ। ਇਸ ਤਰ੍ਹਾਂ ਵੀ ਅਸੀਂ ਆਪਣੇ ਆਪ ਨੂੰ ਬਿਜੀ ਰੱਖ ਕੇ ਇਸ ਤਰ੍ਹਾਂ ਦੇ ਜਿਹੜੇ ਫਾਲਤੂ ਦੇ ਵਿਚਾਰ ਨੇ ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਉਮੀਦ ਹੈ ਕਿ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਤਾਂ ਕਿ ਅਸੀਂ ਓਵਰ ਥਿੰਕਿੰਗ ਤੋਂ ਬਚ ਸਕੀਏ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।